ये अपनियां जे पूंजीपतियां दे हत्थ देश चला गया, अपनियां दुकानदारियां, अपनियां खोखे, अपने रेहड़ियां, सारा कुछ बंद हो जू। कल्ला पंजाब दा किसान इस विच नहीं, सारे देश दा किसान है। इन्हां लोकां नूं तुसीं कह रहे हो इन्हां नूं खालिस्तानी, जिन्हां ने साडे हिंदू भरावां दी साडी राखी कीती। कुछ सैक्शन मीडिया वालों ये प्रचार, मोदी साहब दे प्रचार तंत्र वालों ये कहा जा रहा है कि ये लोग जे खालिस्तानी है तो मैं इत्थे आके कबूल करदा है कि मैं हिंदू खालिस्तानी हाँ। तो मेरे बजुर्ग जेडे 82 साल दे मैनू कहन लगे कि तू वापस ठंड तो डरदा मुड़िया है। मैं क्या नहीं, मैं तुहाडा पता लैन आया। वो कहंदे मैनू कुछ नहीं होया, तू जाके जेडे उत्थे लखां किसान सड़कों ते पए है, पहला उन्हां दी ਲਈ जाके आओ, उन्हां दा जरूरी है पता करना। सत श्री अकाल जी, एक बार फिर जुड़े हाँ। तस्वीर तुहानूं दिखा रहे हैं, जे ये अन्नदाता किसान खालिस्तान है तो मैं भी हिंदू खालिस्तानी हाँ। यही गल कह रहा हर कोई कि जेकर किसान खालिस्तानी है तो मैं भी खालिस्तानी हाँ, क्योंकि ਇਹ देश ਦੇ अन्नदाता ਜਿਹੜੇ ਇੱਥੇ 1 ਮਹੀਨੇ ਤੋਂ ਵੱਧ ਸਮਾਂ ਹੋ ਚੱਲਿਆ ਆਪਣੇ ਹੱਕਾਂ ਦੇ ਲਈ, ਆਪਣੀ ਹੱਕਾਂ ਦੀ ਆਵਾਜ਼ ਬੁਲੰਦ ਕਰਨ ਲਈ, ਖੇਤੀ ਕਾਨੂੰਨ ਰੱਦ ਕਰਵਾਉਣ ਲਈ, ਖੇਤੀ ਕਾਨੂੰਨ ਰੱਦ ਕਰਵਾਉਣ ਦੇ ਲਈ ਲਗਾਤਾਰ ਜਿਹੜਾ ਸੰਘਰਸ਼ ਕਰ ਰਿਹਾ, ਸੰਘਰਸ਼ ਦੇ ਰਾਹ ਤੇ ਤੁਰਿਆ ਹੋਇਆ। ਪਰ ਕੇਂਦਰ ਸਰਕਾਰ ਦਾ ਉਹੀ ਅੜੀਅਲ ਰਵੱਈਆ, ਉਹੀ ਵਤੀਰਾ ਦੇਖਣ ਨੂੰ ਮਿਲ ਰਿਹਾ। ਤੇ ਨਾਲ ਹੀ ਗੱਲ ਕਰੀਏ ਭਾਜਪਾ ਆਗੂਆਂ ਦੀ ਜਾਂ ਬਾਲੀਵੁੱਡ ਅਦਾਕਾਰਾਂ ਦੀ, ਉਹ ਇਹਨਾਂ ਨੂੰ ਖਾਲਿਸਤਾਨੀ ਕਹਿ ਰਹੇ ਨੇ। ਕੋਈ ਵੱਖਵਾਦੀ ਕਹਿ ਰਿਹਾ, ਕੋਈ ਨਸਲਵਾਦੀ ਕਹਿ ਰਿਹਾ, ਕੋਈ ਅੱਤਵਾਦੀ ਕਹਿ ਰਿਹਾ, ਕੋਈ ਖਾਲਿਸਤਾਨੀ ਕਹਿ ਰਿਹਾ। ਅਸਲ ਦੇ ਵਿੱਚ ਗੱਲ ਕਰੀਏ ਤਾਂ ਇਹ ਆਪਣੇ ਹੱਕਵਾਦੀ ਆ, ਇਹ ਹੱਕ ਲੈਣ ਦੇ ਲਈ ਲੜ ਰਹੇ ਨੇ। ਸਾਡੇ ਨਾਲ ਗੱਲਬਾਤ ਕਰਨ ਦੇ ਲਈ ਇੱਥੇ ਜਿਹੜੇ ਨੇ ਹੈਪੀ ਖੇੜਾ ਜੀ ਮੌਜੂਦ ਨੇ, ਮੁਕਤਸਰ ਸਾਹਿਬ ਤੋਂ ਆਏ ਨੇ, ਜਿਨ੍ਹਾਂ ਦੇ ਵੱਲੋਂ ਇਹ ਪੋਸਟਰ ਬਣਵਾਇਆ ਗਿਆ ਕਿ ਜੇ ਇਹ ਅੰਨਦਾਤਾ ਕਿਸਾਨ ਖਾਲਿਸਤਾਨ ਹੈ ਤਾਂ ਮੈਂ ਵੀ ਹਿੰਦੂ ਖਾਲਿਸਤਾਨੀ ਹਾਂ। ਗੱਲਬਾਤ ਕਰਦੇ ਹਾਂ ਜੀ। ਹੈਪੀ ਖੇੜਾ ਜੀ, ਪੋਸਟਰ ਦੇ ਵਿੱਚ ਦਰਸਾਇਆ ਗਿਆ, ਤਸਵੀਰਾਂ ਦਰਸਾਈਆਂ ਗਈਆਂ, ਬੜੀਆਂ ਭਾਵੁਕ ਤਸਵੀਰਾਂ ਦੇਖਣ ਨੂੰ ਮਿਲ ਰਹੀਆਂ ਨੇ ਤੇ ਲਿਖਿਆ ਹੋਇਆ ਕਿ ਜੇ ਇਹ ਅੰਨਦਾਤਾ ਕਿਸਾਨ ਖਾਲਿਸਤਾਨ ਆ ਤਾਂ ਮੈਂ ਵੀ ਖਾਲਿਸਤਾਨੀ ਹਾਂ। ਸਤਿ ਸ਼੍ਰੀ ਅਕਾਲ ਵੀਰ ਜੀ, मैं हफ्ता को पहला भी इत्थे 5-6 दिन ला के आया सी, ला के गया। तो मैं जदों घर वापस गया तो मेरे बजुर्ग जेडे 82 साल दे मैनू कहन लगे कि तू वापस ठंड तो डरदा मुड़िया है। मैं क्या नहीं, मैं तुहाडा पता लैन आया। वो कहंदे मैनू कुछ नहीं होया, तू जाके जेडे उत्थे लखां किसान सड़कों ते पए है, पहला उन्हां दी ਲਈ जाके आओ, उन्हां दा जरूरी है पता करना। मैं वीर जी ਜਦੋਂ ਪਹਿਲਾਂ ਆਇਆ ਸੀ, ਮੈਂ ਇੱਕ ਹਿੰਦੂ ਪਰਿਵਾਰ ਨਾਲ ਸੰਬੰਧ ਰੱਖਦਾ, ਮੇਰਾ ਕੋਈ ਕਿਸਾਨੀ ਖਿੱਤੇ ਨਾਲ ਸਿੱਧਾ ਸੰਬੰਧ ਨਹੀਂ। ਲੇਕਿਨ ਤੁਸੀਂ ਦੇਖੋਗੇ ਕਿ ਮੈਂ ਉਹਨਾਂ ਜਿਨ੍ਹਾਂ ਨੇ ਆਪਦੇ ਅੰਗ ਗਵਾਏ ਆ ਉਹਨਾਂ ਦੀਆਂ ਫੋਟੋਆਂ ਲਗਾ ਕੇ ਇੱਥੇ ਆਇਆ ਹਾਂ, एक नेशनल फ्लैग लगा के आया है। और वीर जी मैं जे ये लोग जिन्होंने कुछ सैक्शन मीडिया वालों ये प्रचार, मोदी साहब दे प्रचार तंत्र वालों ये कहा जा रहा है कि ये लोग जे खालिस्तानी है तो मैं इत्थे आके कबूल करदा है कि मैं हिंदू खालिस्तानी हाँ। वीर जी ਆਪਾਂ ਬੜੇ ਪਿਛਲੇ ਕਈ ਦਿਨਾਂ ਤੋਂ ਸ਼੍ਰੀ ਹਰਮੰਦਰ ਸਾਹਿਬ ਵਿੱਚ ਜੋ ਅਰਦਾਸ ਹੋ ਰਹੀ ਹੈ, ਉਹਦੇ ਵਿੱਚ ਇੱਥੋਂ ਦੀ ਫਤਿਹਯਾਬੀ ਔਰ ਸਿਹਤਯਾਬੀ ਲਈ ਤੁਸੀਂ ਸੁਣਿਆ ਹੋਣਾ ਬੇਨਤੀ ਕੀਤੀ ਜਾਂਦੀ ਹੈ। ਤੁਸੀਂ ਦੇਖਣਾ ਇਸ ਅੰਦੋਲਨ ਨੇ ਇੱਕ ਨਵੀਂ ਅਰਦਾਸ ਔਰ ਚਲੀਸਾ, ਜਿਵੇਂ ਸ਼ਿਵ ਚਲੀਸਾ ਹੁੰਦਾ ਹੈ, ਮਾਤਾ ਚਲੀਸਾ ਹੁੰਦਾ, ਦੁਰਗਾ ਚਲੀਸਾ ਹੁੰਦਾ, ਹਨੂਮਾਨ ਚਲੀਸਾ ਹੁੰਦਾ, ਇਹਦੇ ਵਿੱਚ ਇੱਕ ਕਿਸਾਨੀ ਚਲੀਸਾ ਲਿਖਿਆ ਜਾਣਾ ਹੈ, ਜਿਹਦੇ ਵਿੱਚ ਜ਼ਿਕਰ ਹੋਏਗਾ ਤੁਹਾਡੇ ਵਰਗੇ ਭਰਾਵਾਂ ਦਾ, ਜਿਹੜੇ ਇਸ ਅੰਦੋਲਨ ਨੂੰ, ਤੁਹਾਡੇ ਵਰਗੇ ਪੱਤਰਕਾਰਾਂ ਦਾ, ਜਿਹੜੇ ਇੱਕ ਲੀਹ ਤੋਂ ਹਟ ਕੇ ਇੱਕ ਮਤਲਬ ਇਸ ਕਿਸਾਨੀ ਅੰਦੋਲਨ ਨੂੰ ਘਰ ਘਰ ਪਹੁੰਚਾ ਰਹੇ ਹੈ, ਉਹਦੇ ਵਿੱਚ ਜ਼ਿਕਰ ਹੋਏਗਾ ਇਹਨਾਂ 40 ਕਿਸਾਨ ਆਗੂਆਂ ਦਾ। ਇਹ ਰਾਤੋਂ ਰਾਤ ਵੀਰ ਜੀ ਆਗੂ ਨਹੀਂ ਬਣੇ, ਇਹਨਾਂ ਨੂੰ 30-30 ਸਾਲ ਹੋ ਗਏ ਘੋਲਾਂ ਕਰਦਿਆਂ ਨੂੰ, ਕਿਸਾਨੀ ਘੋਲਾਂ ਕਰਦਿਆਂ ਨੂੰ। ਵੀਰ ਜੀ ਉਹਦੇ ਵਿੱਚ ਜ਼ਿਕਰ ਹੋਏਗਾ, ਚਾਹੇ ਉਹ ਰਾਜੇਵਾਲ ਜੀ ਹੋਣ, ਅਗਰਾਹਾਂ ਸਾਹਿਬ ਹੋਣ, ਚਾਹੇ ਉਹ ਆਪਣਾ ਦਰਸ਼ਨਪਾਲ ਜੀ ਹੋਣ। ਵੀਰ ਜੀ ਉਹਦੇ ਵਿੱਚ ਜ਼ਿਕਰ ਹੋਏਗਾ ਇੱਥੋਂ ਰਵੀ ਖਾਲਸਾ ਏਡ ਵਾਲਿਆਂ ਦਾ, ਇਹ ਬਰਾਏ ਦਾ, NRI ਗੁਪਤ ਭਰਾਵਾਂ ਦਾ, ਜਿਨ੍ਹਾਂ ਨੇ ਇੱਥੇ ਹਰ ਜ਼ਰੂਰਤਾਂ ਪੂਰੀਆਂ ਕੀਤੀਆਂ। ਵੀਰ ਜੀ ਉਹਦੇ ਵਿੱਚ ਜ਼ਿਕਰ ਹੋਏਗਾ ਸਾਡੇ ਕਲਾਕਾਰ ਭਰਾਵਾਂ ਦਾ, ਜਿਨ੍ਹਾਂ ਨੇ ਚਾਹੇ ਉਹ ਕੰਵਰ ਗਰੇਵਾਲ ਹੋਣ, ਦੀਪ ਸਿੱਧੂ ਹੋਵੇ, ਲੱਖਾ ਸਡਾਣਾ ਹੋਣ, ਚਾਹੇ ਉਹ ਆਪਣਾ ਜਿੰਨੇ ਵੀ ਕਲਾਕਾਰ, ਬੱਬੂ ਮਾਨ ਜੀ ਹੋਣ, ਮੂਸੇਵਾਲ ਜੀ ਹੋਣ, ਉਹਨਾਂ ਵਿੱਚ ਵੀਰ ਜੀ ਉਹ ਲੋਕਾਂ ਨੇ, ਉਹ ਕਲਾਕਾਰਾਂ ਨੇ, ਸਤਿਕਾਰਯੋਗ ਕਲਾਕਾਰਾਂ ਨੇ ਇੱਕ ਐਡਾ ਵੱਡਾ ਜੋਸ਼ ਸਾਡੇ 'ਚ ਪੈਦਾ ਕਰਤਾ। ਇਹ ਜਿਹੜੇ ਠੁੱਠਰ ਦੀ ਠੰਡ 'ਚ ਬਜ਼ੁਰਗਾਂ ਨੂੰ ਵੀ ਮੁੜਕਾ ਲਿਆ ਦਿੰਦੇ ਆ, ਉਹਨਾਂ ਦੇ ਗੀਤ ਇੰਨੇ ਜੋਸ਼ ਭਰੇ ਹੁੰਦੇ ਆ। ਵੀਰ ਜੀ ਉਹ ਸਭ ਤੋਂ ਵੱਧ ਜ਼ਿਕਰ ਹੋਏਗਾ ਇਹਨਾਂ ਭਰਾਵਾਂ ਦਾ, ਜਿਹੜੇ ਲੋਕ
ਠੰਡ ਠੁੱਠਰ ਦੀ ਠੰਡ 'ਚ ਇੱਥੇ ਪਏ ਆ। ਸਭ ਤੋਂ ਵੱਧ ਉਸ ਚਲੀਸੇ ਵਿੱਚ ਜ਼ਿਕਰ ਹੋਏਗਾ, ਉਸ ਅਰਦਾਸ ਵਿੱਚ। ਇਹ ਇਤਿਹਾਸ ਨੇ ਇੱਕ ਅਰਦਾਸ ਲਿਖਣੀ ਹੈ ਵੀਰ ਜੀ, ਤੁਸੀਂ ਯਾਦ ਰੱਖਿਓ ਵੀਰ ਜੀ। ਇੱਕ ਨਾ ਪਿੱਛੇ ਜੇ ਮੈਂ 2-3 ਦਿਨਾਂ ਦਾ ਦੇਖ ਰਿਹਾ ਸੀ, ਇਹ ਕਹਿ ਰਹੇ ਸੀ ਵੀ ਫੰਡਿੰਗ ਕਿੱਥੋਂ ਆ ਰਹੀ ਹੈ ਵੀਰ ਜੀ। ਮੈਂ ਇਲਜ਼ਾਮ ਲੱਗੇ ਸੀ, ਕਹਿ ਰਹੇ ਸੀ ਕਿ ਜਿਹੜਾ ਪਾਕਿਸਤਾਨ ਤੇ ਕੈਨੇਡਾ ਤੋਂ ਪੈਸਾ ਆਇਆ ਹੋਇਆ, ਉਸ ਪੈਸੇ ਦੇ ਉੱਤੇ ਇਹ ਕਿਸਾਨ ਐਸ਼ ਕਰ ਰਹੇ ਨੇ। ਅੱਜ ਇਹ ਇਲਜ਼ਾਮ ਦੇਖਣ ਨੂੰ ਮਿਲੇ ਨੇ ਵੀਰ ਜੀ। ਮੈਂ ਤੁਹਾਨੂੰ ਦੱਸਦਾ ਕਿੱਥੋਂ ਫੰਡਿੰਗ ਹੋ ਰਹੀ ਹੈ। ਇੱਕ ਵੀਰ ਜੀ ਕੌਂਕੇ ਕਲਾਂ ਪਿੰਡ ਹੈ ਮੋਗੇ ਜ਼ਿਲ੍ਹੇ ਦਾ, ਮੋਗੇ ਜ਼ਿਲ੍ਹੇ ਦਾ। ਉੱਥੇ ਇੱਕ ਅੱਤ ਗਰੀਬ ਭਰਾ ਔਰ ਕਿਸਾਨ ਆਗੂ ਜਿਹੜੇ ਉੱਥੋਂ ਪਿੰਡ ਦੇ ਨਗਰ ਦੇ, ਉਹ ਰਸਦ ਇਕੱਠੀ ਕਰ ਰਹੇ ਸੀ। ਉਹਦੇ ਘਰੇ ਵੀਰ ਜੀ ਸੱਚ ਜਾਣਿਓ ਪਾਈਆ ਚੀਨੀ ਸੀ, ਖੰਡ ਸੀ ਤੇ 100 ਗ੍ਰਾਮ ਚਾਹ ਪੱਤੀ ਸੀ। ਉਹਨੇ ਇੱਕ ਡੰਗ ਦੀ ਰੱਖ ਕੇ ਬਾਕੀ ਇਸ ਅੰਦੋਲਨ ਲਈ ਰਸਦ ਯੋਗਦਾਨ ਪਾਇਆ। ਇਹ ਮਾਨਵਤਾ ਦੀ ਗੱਲ ਕਰਦਾ ਮੋਦੀ? ਇਹ ਮਨੁੱਖਤਾ ਦੀ ਗੱਲ ਕਰਦਾ? ਇਹ ਵੀਰ ਜੀ ਮੈਂ ਤੁਹਾਨੂੰ ਇਹ ਪੁਰਜ਼ੋਰ ਹਿੰਦੂ ਭਰਾਵਾਂ ਨੂੰ ਵੀ ਬੇਨਤੀ ਕਰਦਾ ਕਿ ਆਓ, ਇਹ ਆਪਣੀਆਂ ਜੇ ਪੂੰਜੀਪਤੀਆਂ ਦੇ ਹੱਥ ਦੇਸ਼ ਚਲਾ ਗਿਆ, ਆਪਣੀਆਂ ਦੁਕਾਨਦਾਰੀਆਂ, ਆਪਣੀਆਂ ਖੋਖੇ, ਆਪਣੇ ਰੇੜੀਆਂ, ਸਾਰਾ ਕੁਝ ਬੰਦ ਹੋ ਜੂ। ਇਹ ਵੀਰ ਜੀ ਮੈਂ ਇਹਨਾਂ ਨੂੰ ਬਹੁਤ ਨਿਮਰਤਾ ਨਾਲ ਜੇ ਤੁਸੀਂ ਇੱਥੇ ਆ ਕੇ ਯੋਗਦਾਨ ਨਹੀਂ ਪਾ ਸਕਦੇ, ਘੱਟੋ ਘੱਟ ਤੁਸੀਂ ਘਰ ਦੇ ਉੱਤੇ ਇੱਕ ਝੰਡਾ, ਕਿਸਾਨੀ ਝੰਡਾ ਜਾਂ ਇੱਕ ਕਿਸਾਨੀ ਆਪਣਾ ਸਟicker ਸਾਧਨ ਤੇ ਲਾ ਸਕਦੇ ਹੋ। ਮੈਂ ਬੇਨਤੀ ਕਰਦਾ ਵੀਰ ਜੀ ਵੀ ਇਹ ਇਕੱਲਾ ਪੰਜਾਬ ਦਾ ਕਿਸਾਨ ਇਸ ਵਿੱਚ ਨਹੀਂ, ਸਾਰੇ ਦੇਸ਼ ਦਾ ਕਿਸਾਨ ਹੈ। ਇਹਨਾਂ ਲੋਕਾਂ ਨੂੰ ਤੁਸੀਂ ਕਹਿ ਰਹੇ ਹੋ, ਇਹਨਾਂ ਨੂੰ ਖਾਲਿਸਤਾਨੀ, ਜਿਨ੍ਹਾਂ ਨੇ ਸਾਡੇ ਹਿੰਦੂ ਭਰਾਵਾਂ ਦੀ ਸਾਡੀ ਰਾਖੀ ਕੀਤੀ। ਇਹਨਾਂ ਨੇ ਆਪਦੇ ਦੇਖੋ, ਜਦੋਂ ਦੇਸ਼ ਆਜ਼ਾਦ ਹੋਇਆ ਸੀ ਤਾਂ ਇਹਨਾਂ ਨੇ ਆਪਣਾ ਦੇਸ਼ ਕਿੰਨਾ ਭੁੱਖਮਰੀ ਦਾ ਸ਼ਿਕਾਰ ਸੀ ਤੇ ਲੋਕ ਅਮਰੀਕਾ ਕੋਲ ਜਾ ਕੇ ਕਟੋਰਾ ਮੰਗ ਕੇ ਆਪਦੀ ਉਹ ਕਰ ਰਿਹਾ ਸੀ, ਭੀਖ ਦੀ ਮੰਗ ਕਰ ਰਿਹਾ ਸੀ। ਇਹਨਾਂ ਨੇ ਸੱਪਾਂ ਦੀਆਂ ਸੀਰੀਆਂ ਮਿੰਧ ਕੇ ਆਪਦੀਆਂ ਮਾਵਾਂ ਧੀਆਂ ਦੇ ਕੰਨਾਂ ਦੇ ਕੋਕੇ ਵੇਚ ਕੇ ਉਹ ਇਹਨਾਂ ਨੇ ਦੇਸ਼ ਦੀ ਵਿੱਚ ਹਰੀ ਕ੍ਰਾਂਤੀ ਲਿਆਗੀ। ਅੱਜ ਆਪਾਂ ਇਹਨਾਂ ਨੂੰ ਕਹਿ ਰਹੇ ਹਾਂ ਇਹ ਤਾਂ ਯੋਧਿਆਂ ਦੀ ਕੌਮ ਹੈ। ਇਹ ਨਾ ਹੁੰਦੇ ਤਾਂ ਹਿੰਦੂ ਭਰਾ ਕਿੱਥੋਂ ਹੁੰਦੇ ਵੀਰ ਜੀ? ਹਾਂ ਵੀਰ ਜੀ, ਇਹ ਬਹੁਤ ਵੱਡਾ ਇਲਜ਼ਾਮ ਮੋਦੀ ਗੋਦੀ ਮੀਡੀਆ ਵੱਲੋਂ ਲਾਇਆ ਜਾ ਰਿਹਾ। ਮੈਂ ਸਭ ਤੋਂ ਵੱਡੀ ਅੱਜ ਨਾ ਇੱਕ ਵੀਰ ਜੀ, ਮੈਂ ਸਭ ਤੋਂ ਵੱਡੀ ਇੱਕ ਲਾਹਨਤ ਦਿਨਾ ਮੈਂ ਤੁਹਾਨੂੰ ਇੱਕ ਨਿਮਰਤਾ ਨਾਲ ਬੜੀ ਵੱਡੀ ਲਾਹਨਤ ਦੇਣਾ ਬੀਜੇਪੀ ਵਾਲਿਆਂ ਨੂੰ। ਉਹ ਤੁਸੀਂ ਤਾਂ ਨਾ ਗੁਜਰਾਤੀ ਦੇਖੋ, ਬਾਪੂ ਗਾਂਧੀ ਨੇ, ਸਰਦਾਰ ਪਟੇਲ ਨੇ ਆਪਾਂ ਨੂੰ ਵੀਰ ਜੀ ਆਜ਼ਾਦੀ 'ਚ ਬਹੁਤ ਵੱਡਾ ਯੋਗਦਾਨ ਪਾਇਆ ਔਰ ਗੁਜਰਾਤੀ ਮਾਣ ਨਾਲ ਸਿਰ ਚੁੱਕਦਾ ਸੀ। ਉਹ ਫਿੱਟੇ ਮੂੰਹ ਤੁਹਾਡੇ ਬੀਜੇਪੀ ਵਾਲਿਓ, ਤੁਸੀਂ ਤਾਂ ਗੁਜਰਾਤ ਹੋਣ ਦਾ ਮਾਣ ਵੀ ਉਹਨਾਂ ਤੋਂ ਖੋਹ ਲਿਆ। ਸਾਡਾ ਮਾਣ ਉੱਚਾ ਕਿੰਨੇ ਕੀਤਾ? ਰਾਜੇਵਾਲ ਨੇ। ਸਾਡਾ ਮਾਣ ਕਿੰਨੇ ਉੱਚਾ ਕੀਤਾ? ਜੋਗਿੰਦਰ ਸਿੰਘ ਰਾਹ ਨੇ, ਦਰਸ਼ਨ ਜੀ ਨੇ। ਆ ਬੈਠੇ ਨੇ ਇੱਥੇ 40 ਆਗੂ, ਜਿਹੜੇ ਦੇਸ਼ ਦੇ ਹੋਰ ਕਿਸਾਨ ਆਗੂ ਸਾਰੇ ਬੈਠੇ ਨੇ। ਇਹਨਾਂ ਨੇ ਮਾਣ ਉੱਚਾ। ਤੁਸੀਂ ਤਾਂ ਗੁਜਰਾਤ ਦਾ ਨਾਂ ਵੀ ਬਿਲਕੁਲ ਬੁਰਾ ਕਰਤਾ ਵੀਰ ਜੀ। ਤੁਸੀਂ ਇਹ ਤੁਹਾਨੂੰ ਪਤਾ ਮੋਦੀ ਸਾਹਿਬ ਆਪਦੇ ਸਪਾਂਸਰਡ ਮੀਡੀਆ 'ਚੋਂ ਇਹ ਕਵਾ ਰਹੇ ਨੇ ਕਿ ਇਹ ਜੀ ਪੁਰਾਣੀਆਂ ਸਰਕਾਰਾਂ ਦਾ, ਸਾਡਾ ਪੂੰਜੀਪਤੀਆਂ ਦਾ ਸਾਡੇ ਤੇ ਕੋਈ ਪ੍ਰੈਸ਼ਰ ਨਹੀਂ। ਇਹ ਤਾਂ ਜੀ WTO ਦਾ ਪ੍ਰੈਸ਼ਰ ਹੈ। ਪੁਰਾਣੀਆਂ ਸਰਕਾਰਾਂ ਨੇ ਐਗਰੀਮੈਂਟ, ਟ੍ਰੀਟੀ, ਸਮਝੌਤੇ ਕੀਤੇ ਹੋਏ ਹੈ। ਮੈਂ ਵੀਰ ਜੀ ਕਹਿੰਦਾ, ਜੇ ਅਮਰੀਕਾ ਵਰਗਾ ਜਿਹੜਾ ਇੰਨਾ ਵਿਕਸਿਤ ਦੇਸ਼ ਹੈ, ਡਿਵੈਲਪਡ ਕੰਟਰੀ ਹੈ, ਜੇ ਉਹ ਆਪਦੇ ਵਿਰਸੇ ਲਈ, ਆਪਦੀ ਵਿਰਾਸਤ ਲਈ, ਆਪਦੀ ਮਿੱਟੀ ਲਈ ਜੇ ਉਹ WHO 'ਚੋਂ ਬਾਹਰ ਆ ਸਕਦਾ ਤਾਂ ਆਪਾਂ ਆਪਦੇ ਕਿਸਾਨਾਂ ਦੇ ਮਿੱਟੀ ਲਈ, ਤੁਸੀਂ ਵਿਰਸੇ ਲਈ ਕੀ ਤੁਸੀਂ WTO ਤੋਂ ਨਹੀਂ ਬਾਹਰ ਆ ਸਕਦੇ? ਵੀਰ ਜੀ ਮੈਂ ਬੇਨਤੀ ਕਰਦਾ ਆਪਦਾ ਉਹਨਾਂ ਨੂੰ ਵੀ ਅੜੀਅਲ ਰੀਤਾਂ ਤਿਆਰ ਕੇ ਇਹਨਾਂ ਦੀ ਬਿਲਕੁਲ ਜਾਇਜ਼ ਮੰਗਣਾ ਚਾਹੀਦਾ। ਬਾਈ ਜੀ ਇੱਕ ਜਿਵੇਂ ਸ਼ੁਰੂ ਦੇ ਵਿੱਚ ਸਿੱਖ ਹਿੰਦੂ ਏਕਤਾ ਜਿੰਦਾਬਾਦ, ਸਿੱਖ ਹਿੰਦੂ ਏਕਤਾ ਜਿੰਦਾਬਾਦ। ਬਾਈ ਜੀ ਜਿਵੇਂ ਸ਼ੁਰੂ ਦੇ ਵਿੱਚ ਕੇਂਦਰ ਸਰਕਾਰ ਦੇ ਵੱਲੋਂ ਜਿਵੇਂ GST ਹੋ ਗਈ, ਨੋਟਬੰਦੀ ਹੋ ਗਈ, CAA ਦਾ ਪ੍ਰਦਰਸ਼ਨ ਹੋਇਆ, ਸ਼ਾਇਦ ਉਦੋਂ ਜੇ ਲੋਕਾਂ ਦੀ ਆਵਾਜ਼ ਉੱਠਦੀ, ਅਜਿਹਾ ਅੰਦੋਲਨ ਉੱਠਦਾ ਤਾਂ ਅੱਜ ਸ਼ਾਇਦ ਇਹ ਖੇਤੀ ਕਾਨੂੰਨ ਅਜਿਹੇ ਖੇਤੀ ਕਾਨੂੰਨ ਲਿਆਉਣ ਬਾਰੇ ਸੋਚ ਵੀ ਨਹੀਂ ਸਕਦੇ ਸੀ। ਵੀਰ ਜੀ ਬਿਲਕੁਲ ਤੁਸੀਂ ਬਹੁਤ ਡੂੰਘਾ ਔਰ ਵਾਜਬ ਸਵਾਲ ਪੁੱਛਿਆ ਵੀਰ ਜੀ। ਇਹ ਮਾਣ ਮਿਲਿਆ ਪੰਜਾਬ ਨੂੰ, ਵੱਡੇ ਭਰਾ। ਅੱਜ ਸਾਰਾ ਦੇਸ਼ ਇੱਥੇ ਵੀਰ ਜੀ ਹਿੰਦੂ ਵੀ ਆਉਂਦੇ ਹੈ, ਸਿੱਖ ਵੀ ਹੈ ਇੱਥੇ, ਬਰਾਬਰ ਈਸਾਈ ਵੀ ਹੈ, ਬੋਧੀ ਵੀ ਹੈ, ਜੈਨੀ ਵੀ ਹੈ ਇੱਥੇ ਹਰ ਧਰਮ ਦਾ ਵਿਅਕਤੀ ਹੈ। ਲੇਕਿਨ ਇਹ ਮਾਣ ਮਿਲਿਆ ਵੱਡੇ ਭਰਾ ਹੋਣ ਦਾ ਪੰਜਾਬ ਵਾਲਿਆਂ ਨੂੰ। ਅੱਜ ਸਾਰਾ ਪੰਜਾਬ ਲੋਕ ਤਾਂ ਪਿੱਛੇ ਜੇ ਇੱਕ ਇਹਨਾਂ ਨੇ ਮੋਦੀ ਸਾਹਿਬ ਨੇ ਜਾਂ ਇਹਨਾਂ ਦੇ ਜਿਹੜਾ ਸਪਾਂਸਰਡ ਮੀਡੀਆ ਹੈ, ਉਹਨਾਂ ਨੇ ਇੱਕ ਲਹਿਰ ਇਹ ਵੀ ਚਲਾਉਣ ਦੀ ਕੋਸ਼ਿਸ਼ ਕੀਤੀ ਇਸ ਲਹਿਰ ਨੂੰ ਖਤਮ ਕਰਨ ਲਈ ਵੀ SYL ਦਾ ਪਾਣੀ ਦੀ ਡਿਮਾਂਡ। ਪਰ
ਆ ਬੈਠੇ ਹਰਿਆਣਵੀ ਭਰਾ ਕਹਿੰਦੇ ਸਾਨੂੰ ਪਾਣੀ ਨਹੀਂ ਚਾਹੀਦਾ, ਸਾਨੂੰ ਤਾਂ ਇੱਕ ਕਰੋ, ਹਰਿਆਣਾ ਪੰਜਾਬ ਨੂੰ ਇੱਕ ਕਰੋ। ਜਿਹੜੀ ਗੱਲ ਤੁਸੀਂ ਕੀਤੀ ਨੋਟਬੰਦੀ ਦੀ ਗੱਲ ਕੀਤੀ ਤੁਸੀਂ ਕੀਤੀ, ਉਦੋਂ ਵੀਰ ਜੀ ਉਹ ਤਾਂ ਕਹਿ ਰਹੇ ਆ ਵੀ ਜੀ ਇਹਨਾਂ ਨੂੰ ਸਮਝਿਆ ਨਹੀਂ, ਨੋਟਬੰਦੀ ਵੇਲੇ ਜਨਤਾ ਨੂੰ ਸਮਝਿਆ ਨਹੀਂ, ਤੇ ਆਪਣਾ GST ਵਪਾਰੀਆਂ ਨੂੰ ਸਮਝਿਆ ਨਹੀਂ, ਤੇ ਹੋਰ ਜਿਹੜੇ ਵੀ 370 ਦੀ ਹੈਗੀ ਆ ਉਹਨਾਂ ਨੂੰ ਕਸ਼ਮੀਰ ਵਾਲਿਆਂ ਨੂੰ ਹੀ ਸਮਝੇਗੀ। ਸਮਝ ਤਾਂ ਵੀਰ ਜੀ ਮੋਦੀ ਸਾਹਿਬ ਤੁਹਾਨੂੰ ਰਹੇਗੀ। ਸ਼ਾਇਦ ਸਰਕਾਰਾਂ ਨੂੰ ਇਹੀ ਲੱਗਿਆ ਸੀ ਕਿ ਜਿਵੇਂ ਪਹਿਲਾਂ ਅਸੀਂ ਲਾਗੂ ਕਰਤੀਆਂ ਜਿਹੜੀ ਚੀਜ਼ਾਂ ਚੁੱਪ ਕਰਕੇ ਸੁਣਦੇ ਰਹੇ, ਸ਼ਾਇਦ ਹੁਣ ਵੀ ਅਜਿਹਾ ਹੀ ਹੋਏਗਾ। ਵੀਰ ਜੀ ਉਹ ਇੱਕ ਉਹਨਾਂ ਦਾ ਇੱਕ ਪਲਾਨ ਸੀ, ਇੱਕ ਪ੍ਰੋਪੋਗੇਟ ਬਣਾਇਆ ਗਿਆ ਸੀ ਕਿ ਅਸੀਂ ਇਸ ਦੇਸ਼ ਨੂੰ ਹਿੰਦੂ ਰਾਸ਼ਟਰ ਵਿੱਚ ਬਣਨਾ ਹੈ। ਪਰ ਅਸ਼ਕੇ ਜਾਣਾ ਪੰਜਾਬੀ ਵੀਰ ਜੀ, ਇਸ ਪੰਜਾਬੀਆਂ ਨੇ ਇਸ ਨੂੰ ਇੱਕ ਰਾਸ਼ਟਰ ਦਾ ਅੰਦੋਲਨ ਖੜਾ ਕਰਤਾ, ਹਿੰਦੂ ਸਿੱਖ ਏਕਤਾ ਇੱਕ ਕਰਤੀ। ਇਹ ਵੀਰ ਜੀ ਬਹੁਤ ਇੱਕ ਗਹਿਰਾ ਸਦਮਾ ਇਹ ਮਿੱਟੀ ਨੂੰ ਬਿਮਾਰ, ਪਹਿਲਾਂ ਇਹਨਾਂ ਨੇ ਸਾਰਾ ਕੁਝ ਵੇਚਿਆ ਸਰਕਾਰੀ, ਹੁਣ ਸਾਡੇ ਪੰਜਾਬ ਦੀ ਮਿੱਟੀ ਕੀ ਸਾਰੇ ਦੇਸ਼ ਦੀ ਮਿੱਟੀ ਨੂੰ ਬਿਮਾਰ ਕਰਨ ਜਾ ਰਹੇ ਹੈ। ਮੈਂ ਬੇਨਤੀ ਕਰਾਂਗਾ ਵੀ ਇਹ ਇਹਨਾਂ ਨੂੰ ਕਾਨੂੰਨ ਵਾਪਸ ਰੱਦ ਕਰਨੇ ਚਾਹੀਦੇ ਹੈ, ਵਾਪਸ ਲੈਣੇ ਚਾਹੀਦੇ ਹੈ। ਸੋ ਬਿਲਕੁਲ ਹਰ ਕੋਈ ਇਹੀ ਗੱਲ ਕਹਿ ਰਿਹਾ ਕਿ ਹਰ ਕੋਈ ਬੇਨਤੀਆਂ ਵੀ ਕਰ ਰਿਹਾ, ਅਪੀਲਾਂ ਵੀ ਕਰ ਰਿਹਾ, ਤੇ ਸੰਘਰਸ਼ਾਂ ਦੀ ਜਿਹੜੀ ਰੂਪ ਰੇਖਾ ਉਹ ਵੀ ਬਦਲੀ ਜਾ ਰਹੀ ਆ। ਰਣਨੀਤੀਆਂ ਉਲੀਕ ਕੇ ਸੰਘਰਸ਼ ਤਿੱਖਾ ਵੀ ਕੀਤਾ ਜਾ ਰਿਹਾ, ਪਰ ਕੇਂਦਰ ਸਰਕਾਰ ਦਾ ਉਹੀ ਅੜੀਅਲ ਰਵੱਈਆ, ਉਹੀ ਸਾਜ਼ਿਸ਼ਾਂ, ਉਹੀ ਹੱਥ ਕੰਡੇ ਲਗਾਤਾਰ ਕੇਂਦਰ ਸਰਕਾਰ ਅਪਣਾ ਰਹੀ ਆ। ਹੁਣ ਕਿਸਾਨਾਂ ਦੇ ਵੱਲੋਂ ਜਿਹੜੀ ਆ ਚਿੱਠੀ ਭੇਜੀ ਗਈ ਹੈ, ਪਰ ਹਾਲੇ ਤੱਕ ਉਸ ਚਿੱਠੀ ਦਾ ਕੋਈ ਜਵਾਬ ਨਹੀਂ ਆਇਆ। ਦੇਖਣਾ ਹੋਵੇਗਾ ਕਿ ਆਖਰ ਕਦੋਂ ਤੱਕ ਕੇਂਦਰ ਸਰਕਾਰ ਐਵੇਂ ਹੀ ਪੱਲੇ ਝਾੜਦੀ ਨਜ਼ਰ ਆਉਂਦੀ ਆ, ਤੇ ਕਦੋਂ ਤੱਕ ਦੇਸ਼ ਦੇ ਅੰਨਦਾਤਾ ਦੀ ਤਰਾਸ਼ਦੀ ਐਵੇਂ ਹੀ ਦੇਖਣ ਨੂੰ ਮਿਲੂਗੀ, ਜਾਂ ਫਿਰ ਇਹ ਦੇਸ਼ ਦਾ ਅੰਨਦਾਤਾ ਆਪਣੇ ਘਰਾਂ ਦੇ ਵਿੱਚ ਜਾ ਕੇ ਸੁੱਖ ਸ਼ਾਂਤੀ ਦੇ ਨਾਲ ਬੈਠੇਗਾ। ਦੇਖਣਾ ਹੋਵੇਗਾ। ਲਗਾਤਾਰ ਬਣੇ ਰਹੋ D5 ਦੇ ਨਾਲ, ਦੇਖਦੇ ਰਹੋ D5 ਚੈਨਲ ਪੰਜਾਬੀ। D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ।